ਕਮਿਊਨਿਟੀ ਕਨੈਕਸ਼ਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਨਰਲੇਪ ਗਿੱਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆਪ ਸਭ ਦਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਅੱਜ ਸਾਡੇ ਸਟੂਡੀਓ ਦੇ ਵਿੱਚ ਬੜੇ ਮਾਣ ਵਾਲੀ ਗੱਲ ਹੈ ਕਿ ਦਯਾਨੰਦ ਮੈਡੀਕਲ ਕਾਲਜ ਲੁਧਿਆਣਾ ਤੋਂ ਇੱਕ ਡਾਕਟਰਸ ਦਾ ਪੈਨਲ ਆਇਆ ਹੋਇਆ। ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਨਾਲ ਜਿਹੜੀਆਂ ਉੱਥੋਂ ਦੀਆਂ ਉਹਨਾਂ ਨੇ ਸੁਵਿਧਾਵਾਂ ਸਾਨੂੰ ਦਿੱਤੀਆਂ ਹੋਈਆਂ ਨੇ ਉਹਨਾਂ ਬਾਰੇ ਚਰਚਾ ਕਰਾਂਗੇ। ਸੋ ਸਾਰੇ ਡਾਕਟਰ ਸਾਹਿਬ ਤੁਹਾਨੂੰ ਬਹੁਤ-ਬਹੁਤ ਸਤਿ ਸ਼੍ਰੀ ਅਕਾਲ। ਸੋ ਮੈਂ ਇਹਨਾਂ ਦਾ ਜੀ ਤਾਰਫ ਕਰਾਉਣਾ ਮੇਰੇ ਨਾਲ ਬੈਠੇ ਨੇ ਡਾਕਟਰ ਦੀਪਕ ਜੈਨ ਜੀ। ਦੀਪਕ ਜੈਨ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਤੁਸੀਂ ਆਪਣੇ ਬਾਰੇ ਥੋੜ੍ਹਾ ਜਿਹਾ ਬਰੀਫ ਦੱਸੋਗੇ ਸਾਡੇ ਸੁਣਨ ਵਾਲੇ ਸਰੋਤਿਆਂ ਨੂੰ ਜੀ? ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਡਾਕਟਰ ਦੀਪਕ ਜੈਨ ਹੈ। ਮੈਂ DMC ਹਸਪੀਟਲ ਲੁਧਿਆਣਾ ਦੇ ਵਿੱਚ ਆਰਥੋਪੈਡਿਕ ਸਰਜਨ ਕੰਮ ਕਰ ਰਿਹਾ ਹਾਂ ਅਤੇ ਮੈਂ ਜਿਹੜਾ ਇਹ ਕੈਨੇਡਾ ਦੇ ਵਿੱਚ ਪ੍ਰੋਗਰਾਮ ਦੇ ਅੰਡਰ ਅਸੀਂ ਆਏ ਹਾਂ, ਮੈਂ ਉਸ ਪ੍ਰੋਗਰਾਮ ਦਾ ਕੋਆਰਡੀਨੇਟਰ ਵੀ ਹਾਂ। ਐਂਡ ਉਹਨਾਂ ਦੇ ਨਾਲ ਨੇ ਜੀ ਡਾਕਟਰ ਰਜੇਸ਼ ਮਹਾਜਨ ਜੀ। ਪਲੀਜ਼ ਤੁਸੀਂ ਆਪਣਾ ਥੋੜ੍ਹਾ ਜਿਹਾ ਦਿਓਗੇ ਜੀ ਜਾਣਕਾਰੀ ਆਪਣੇ? ਮੈਂ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਹਿਣਾ ਜੀ। ਮੇਰਾ ਨਾਮ ਡਾਕਟਰ ਰਜੇਸ਼ ਮਹਾਜਨ ਹੈ। ਮੈਂ DMC ਦੇ ਵਿੱਚ ਪ੍ਰੋਫੈਸਰ ਆਫ ਮੈਡੀਸਨ ਹਾਂ ਅਤੇ ਨਾਲ ਮੈਂ ਉੱਥੋਂ ਦੀ ਐਮਰਜੈਂਸੀ ਸਰਵਿਸਿਜ਼ ਦਾ ਇੰਚਾਰਜ ਹਾਂ। ਐਂਡ ਉਹਨਾਂ ਦੇ ਨਾਲ ਹੀ ਬੈਠੇ ਨੇ ਜੀ ਡਾਕਟਰ ਗੁਰਜੀਤ ਸਿੰਘ ਜੀ। ਗੁਰਜੀਤ ਸਿੰਘ ਜੀ, ਤੁਸੀਂ ਆਪਣੇ ਬਾਰੇ ਜਾਣਕਾਰੀ ਦਿਓਗੇ ਜੀ? ਮੈਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਣਾ ਜੀ। ਮੈਂ DMC ਹਸਪੀਟਲ ਦੇ ਵਿੱਚ ਮੈਨੇਜਰ ਹਾਂ ਕਾਰਪੋਰੇਟ ਸੈੱਲ ਦਾ ਔਰ ਪੀਪਲ ਕਨੈਕਟ ਡਿਪਾਰਟਮੈਂਟ ਦਾ, ਔਰ ਨਾਲ ਜਿਹੜੀਆਂ ਮੈਡੀਕਲ ਟੂਰਿਜ਼ਮ ਰਿਲੇਟਡ ਐਕਟੀਵਿਟੀਜ਼ ਨੇ ਇਹ ਵੀ ਮੇਰੇ ਕੋਲ ਨੇ। ਔਰ ਮੈਂ ਸਾਰੇ ਦਰਸ਼ਕਾਂ ਨੂੰ ਇਹ ਜਾਣਕਾਰੀ ਦੇਣੀ ਚਾਹੁੰਦਾ ਕਿ ਜਿਹੜਾ ਇਸ ਤਰ੍ਹਾਂ ਅਸੀਂ ਅੱਜ ਇਹਨਾਂ ਨੂੰ ਡਾਕਟਰ ਸਾਹਿਬ ਨੂੰ ਤੁਹਾਡੇ ਰੂਬਰੂ ਕਰ ਰਹੇ ਹਾਂ, ਇੱਕ ਬਹੁਤ ਹੀ ਵਧੀਆ ਸ਼ਲਾਘਾਯੋਗ ਕਦਮ ਜਿਹੜਾ ਹੈਗਾ ਦਯਾਨੰਦ ਮੈਡੀਕਲ ਕਾਲਜ DMC ਕਾਲਜ ਐਂਡ ਹਸਪੀਟਲ ਉਹਨਾਂ ਵੱਲੋਂ ਉਠਾਇਆ ਗਿਆ। ਔਰ ਇਹਨਾਂ ਨੇ ਜੀ ਵਿਲੀਅਮ ਔਸਲਰ ਹਸਪੀਟਲ ਜਿਹੜਾ ਆਪਣਾ ਬਰੈਂਪਟਨ ਦੇ ਵਿੱਚ ਹੈਗਾ ਉਹਨਾਂ ਦੇ ਨਾਲ ਇਹਨਾਂ ਦਾ ਗੱਠਜੋੜ ਹੋਇਆ ਹੈਗਾ। ਸੋ ਉਹਦੇ ਬਾਰੇ ਆਪਾਂ ਡਾਕਟਰ ਦੀਪਕ ਜੈਨ ਜੀ ਤੋਂ ਪੁੱਛਦੇ ਹਾਂ ਜੀ, ਜਿਹੜਾ ਇਹ ਤੁਹਾਡਾ ਅਲਾਇੰਸ ਹੋਇਆ ਜੀ ਇਹਨਾਂ ਦੇ ਨਾਲ ਵਿਲੀਅਮ ਔਸਲਰ ਹਸਪੀਟਲ ਦੇ ਨਾਲ, ਉਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿਓ ਜੀ। ਹਾਂਜੀ, ਇਹਦੇ ਵਿੱਚ ਜੀ ਵਿਲੀਅਮ ਔਸਲਰ ਹੈਲਥ ਸਿਸਟਮ ਹੈਗਾ ਜੋ ਕਿ ਇਹ ਟੋਰਾਂਟੋ ਏਰੀਆ ਦੇ ਵਿੱਚ ਹੈ। ਇਹਦੇ ਅੰਡਰ 3 ਹਸਪੀਟਲ ਆਉਂਦੇ ਨੇ। ਇੱਕ ਤਾਂ ਹੈ ਬਰੈਂਪਟਨ ਸਿਵਿਕ ਹਸਪੀਟਲ, ਇੱਕ ਇਟੋਬੀਕੋ ਜਨਰਲ ਹਸਪੀਟਲ ਤੇ ਇੱਕ ਪੀਲ ਮੈਮੋਰੀਅਲ ਹਸਪੀਟਲ। ਤੇ ਇਹ ਹੈਲਥ ਸਿਸਟਮ ਦਾ DMC ਦੇ ਨਾਲ ਪਿਛਲੇ 4 ਸਾਲ ਦੇ ਨਾਲ ਸਾਡਾ ਟਾਈ ਅਪ ਹੋਇਆ ਹੈ। ਅੱਛਾ ਜੀ। ਇਹ ਜਿਹੜਾ ਹੈ 2015 ਦੇ ਵਿੱਚ ਔਸਲਰ ਹੈਲਥ ਸਿਸਟਮ ਨੇ ਗਲੋਬਲ ਹੈਲਥ ਪ੍ਰੋਗਰਾਮ ਸ਼ੁਰੂ ਕੀਤਾ। ਇੱਥੇ ਜਿਹੜਾ ਹੈਲਥ ਸਿਸਟਮ ਹੈ ਉਹ ਜਿਵੇਂ ਆਪਣੇ ਪੰਜਾਬੀਆਂ ਨੂੰ ਹੋਰ ਸਾਊਥ ਏਸ਼ੀਅਨਸ ਨੂੰ ਡੀਲ ਕਰਦੇ ਨੇ ਤੇ ਇਹ ਆਪਣੇ ਸਾਊਥ ਏਸ਼ੀਅਨ ਪੋਪੂਲੇਸ਼ਨ ਨੂੰ ਹੋਰ ਅੰਡਰਸਟੈਂਡ ਕਰਨਾ ਚਾਹੁੰਦੇ ਸੀ ਵੀ ਇੱਥੇ ਜਿਹੜੇ ਬੰਦੇ ਇੰਡੀਆ ਤੋਂ ਆਏ ਨੇ ਉਹਨਾਂ ਦਾ ਹੈਲਥ ਨੀਡਸ ਕੀ ਨੇ, ਉਹ ਕੀ ਐਕਸਪੈਕਟ ਕਰਦੇ ਨੇ ਹੈਲਥ ਸਿਸਟਮ ਤੋਂ। ਤੇ ਇਸ ਦੇ ਅੰਡਰ ਵਿੱਚ ਉਹਨਾਂ ਨੇ ਪਾਰਟਨਰਸ ਦੀ ਤਲਾਸ਼ ਸ਼ੁਰੂ ਕੀਤੀ 2015 ਦੇ ਵਿੱਚ ਤੇ ਉੱਥੋਂ ਇੱਕ ਟੀਮ ਆਈ ਲੁਧਿਆਣਾ ਦੇ ਵਿੱਚ ਤੇ ਪੂਰੇ ਪੰਜਾਬ ਦੇ ਵਿੱਚ ਉਹਨਾਂ ਨੇ 15 ਤੋਂ 20 ਇੰਸਟੀਟਿਊਸ਼ਨਸ ਵਿਜ਼ਿਟ ਕੀਤੀਆਂ ਤੇ ਉਹਦੇ ਵਿੱਚੋਂ DMC ਨੂੰ ਚੂਜ਼ ਕੀਤਾ ਗਿਆ ਵੀ DMC ਦੇ ਨਾਲ ਪਾਰਟਨਰਸ਼ਿਪ ਸ਼ੁਰੂ ਕੀਤੀ ਜਾਏਗੀ ਜੀ ਜੀ। ਤੇ ਇਹ 2016, 17 ਤੇ 18 ਦੇ ਵਿੱਚ ਇੱਥੋਂ ਔਸਲਰ ਸਿਸਟਮ ਤੋਂ ਟੀਮਸ ਜਿਹੜੀਆਂ ਹੈ 7 ਤੋਂ 8 ਮੈਂਬਰੀ ਟੀਮਸ DMC ਆਈਆਂ। ਉਹਨਾਂ ਨੇ DMC ਵਿਜ਼ਿਟ ਕੀਤਾ, ਇੱਥੇ ਦੇ ਪੇਸ਼ੈਂਟਸ ਨਾਲ ਇੰਟਰੈਕਟ ਕੀਤਾ, ਸਾਡੇ ਸਿਸਟਮਸ ਦੇਖੇ ਜੀ ਤੇ ਇੱਕ MOU ਸਾਈਨ ਹੋਇਆ DMC ਤੇ ਔਸਲਰ ਦੇ ਵਿੱਚ ਤੇ ਉਹਦੇ ਅੰਤਰਗਤ ਹੀ ਹੁਣ ਅਸੀਂ DMC ਵੱਲੋਂ ਇੱਕ ਟੀਮ ਲੈ ਕੇ ਇੱਥੇ ਆਏ ਹਾਂ ਤੇ ਤਾਂ ਕਿ ਅਸੀਂ ਵੀ ਅੰਡਰਸਟੈਂਡ ਕਰ ਸਕੀਏ ਵੀ ਇੱਥੇ ਜੋ ਪੰਜਾਬੀ ਕਮਿਊਨਿਟੀ ਹੈ, ਜੋ ਸਾਊਥ ਏਸ਼ੀਅਨ ਕਮਿਊਨਿਟੀ ਹੈ, ਉਹਨਾਂ ਦੇ ਕੀ ਹੈਲਥ ਨੀਡਸ ਨੇ, ਉਹ ਕੀ ਇਸ਼ੂਜ਼ ਫੇਸ ਕਰ ਰਹੇ ਨੇ ਤੇ ਅਸੀਂ DMC 'ਚ ਉੱਥੇ ਲੁਧਿਆਣਾ ਬੈਠੇ ਹੋਏ ਅਸੀਂ ਉਸ ਚੀਜ਼ ਨੂੰ ਕਿਵੇਂ ਟੇਕ ਕੇਅਰ ਕਰ ਸਕਦੇ ਹਾਂ। ਕਿਉਂਕਿ ਕਈ ਐਸੇ ਪੇਸ਼ੈਂਟਸ ਨੇ ਜਿਹੜੇ ਸਰਦੀਆਂ ਦੇ ਟਾਈਮ ਉੱਥੇ ਚਲੇ ਜਾਂਦੇ ਨੇ, ਕਈ ਉਹਨਾਂ ਨੂੰ ਉੱਥੇ ਕੀ ਹੈਲਥ ਸਿਚੁਏਸ਼ਨਸ ਫੇਸ ਕਰਨੀਆਂ ਪੈਂਦੀਆਂ, ਅਸੀਂ ਕਿਵੇਂ ਹੈਲਪ ਕਰ ਸਕਦੇ ਹਾਂ। ਇਸ ਲਈ ਅਸੀਂ ਜਿਹੜਾ ਹੈ ਇਹ ਟਾਈ ਅਪ ਸ਼ੁਰੂ ਕੀਤਾ ਹੈ। ਆਲਰੇਡੀ ਇਸ ਟਾਈ ਅਪ ਨੂੰ 3 ਸਾਲ ਹੋ ਚੁੱਕੇ ਨੇ ਤੇ ਚੌਥੇ ਅਸੀਂ DMC ਵੱਲੋਂ ਫਸਟ ਟਾਈਮ ਇੱਥੇ ਕੈਨੇਡਾ ਦੇ ਵਿੱਚ ਬਰੈਂਪਟਨ ਸਿਵਿਕ ਹਸਪੀਟਲ ਵਿਜ਼ਿਟ ਕਰਨ ਆਏ ਹਾਂ। ਵਿਲੀਅਮ ਔਸਲਰ ਹਸਪੀਟਲ ਤੋਂ ਉੱਥੇ ਇਹਨਾਂ ਨੇ ਕਿੰਨੇ ਵਾਰੀ ਵਿਜ਼ਿਟ ਕੀਤਾ ਤੁਹਾਡੇ ਕੋਲ? ਪ੍ਰੋਪਰ ਜਿਹੜੀਆਂ 3 ਟੀਮਸ 3 ਸਾਲ ਲਈ ਆ ਚੁੱਕੀਆਂ ਨੇ ਤੇ ਇੱਕ ਵਾਰ ਉਹਨਾਂ ਦੇ ਰਿਸਰਚ ਹੈਡ ਜਿਹੜੇ ਸੀਗੇ ਉਹ ਵੀ ਅਲੱਗ ਇੱਕ ਉਹਨਾਂ ਨੇ ਵਿਜ਼ਿਟ ਕੀਤੀ ਸੀ ਤੇ ਅਸੀਂ ਜੁਆਇੰਟ ਰਿਸਰਚ ਪ੍ਰੋਗਰਾਮ ਵੀ ਸ਼ੁਰੂ ਕੀਤੇ ਨੇ। ਠੀਕ।
ਤਾਂ ਤੁਸੀਂ ਇਸ ਵਾਰ ਪਹਿਲੀ ਵਾਰੀ ਜਿਹੜੇ ਹੈਗੇ ਇੱਥੇ ਹਾਂਜੀ, visit ਕੀਤਾ ਹਾਂਜੀ, ਹੈਗਾ ਬਿਲਕੁਲ ਜੀ। ਐਜ਼ ਇੱਕ ਉਹਨਾਂ ਦੇ ਡੀਐਮਸੀ ਦੇ ਨੁਮਾਇੰਦੇ ਦੇ ਤੌਰ ਤੇ। ਬਿਲਕੁਲ ਜੀ। ਸੋ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਆਪਣੇ ਬਹੁਤ ਸਾਰੇ ਜਿਹੜੇ ਸਾਡੇ ਸੀਨੀਅਰਸ ਹੈਗੇ ਆ, ਹਾਂਜੀ। ਉਹਨਾਂ ਦਾ ਕਿਉਂਕਿ ਸਿਆਲਾਂ ਦੇ ਵਿੱਚ ਸਾਡੇ ਇੱਥੇ ਸਨੋ ਬਹੁਤ ਹੁੰਦੀ ਆ, ਬਿਲਕੁਲ। ਤੇ ਉਹ 6 ਮਹੀਨੇ ਇੱਥੇ ਤੇ 6 ਮਹੀਨੇ ਇੰਡੀਆ ਦੇ ਵਿੱਚ ਉਹਨਾਂ ਦਾ ਜਿਹੜਾ ਟਾਈਮ ਪੀਰੀਅਡ ਜਿਹੜਾ ਉਹ ਬਿਤਾਉਂਦੇ ਆ ਉੱਥੇ। ਹਾਂਜੀ। ਤਾਂ ਉੱਥੇ ਕਾਫੀ ਸਾਰੀਆਂ ਪ੍ਰੋਬਲਮਸ ਆਉਂਦੀਆਂ, ਔਰ ਬੜੇ ਮਾਣ ਵਾਲੀ ਗੱਲ ਆ ਜੀ ਸਾਡੇ ਵਾਸਤੇ ਕਿ ਸਾਡੇ ਪੰਜਾਬ ਤੋਂ ਜਿਹੜੀ ਇੱਕ ਸੰਸਥਾ ਹੈਗੀ ਆ ਉਹ ਕੈਨੇਡਾ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ, ਖਾਸ ਕਰਕੇ ਮੈਡੀਕਲ ਜਿਹੜਾ ਕਿ ਬਹੁਤ ਹੀ ਮਹਿੰਗਾ ਆਪਾਂ ਕਹਿ ਸਕਦੇ ਹਾਂ, ਆਮ ਕਈ ਵਾਰੀ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦਾ ਉਹ, ਜੀ। ਤੇ ਇਹਦੇ ਲਈ ਤੁਸੀਂ ਉਪਰਾਲਾ ਕੀਤਾ। ਬਹੁਤ ਬਹੁਤ ਧੰਨਵਾਦ ਆ ਜੀ ਸਾਰੇ ਜਿਹੜੇ ਜਿੰਨੇ ਵੀ ਤੁਹਾਡੇ ਪੈਨਲ ਹੈਗਾ ਡੀਐਮਸੀ ਦਾ ਤੇ ਇੱਥੋਂ ਵਿਲੀਅਮ ਹੌਸਲਰ ਹਸਪੀਟਲ ਦਾ, ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਡਾਕਟਰ ਰਾਜੇਸ਼ ਜੀ, ਤੁਸੀਂ ਸਾਨੂੰ ਡੀਐਮਸੀ ਬਾਰੇ ਦੱਸੋ, ਕਿਉਂਕਿ ਜਿਹੜੇ ਕੁਝ ਕੁ ਸਾਡੇ ਸਰੋਤੇ ਹੈਗੇ ਆ ਜਾਂ ਸਾਡੇ ਦਰਸ਼ਕ ਹੈਗੇ ਆ ਉਹ ਪੰਜਾਬ ਨਹੀਂ ਗਏ, ਜਾਂ ਜਿਹੜੇ ਇੱਥੇ ਜ਼ਿਆਦਾਤਰ ਇੱਥੇ ਰਹੇ ਆ, ਜਾਂ ਉਹਨਾਂ ਦਾ ਵਾਹ ਵਾਸਤਾ ਕਈ ਵਾਰੀ ਡੀਐਮਸੀ ਨਾਲ ਪਿਆ ਹੀ ਨਹੀਂਗਾ, ਤਾਂ ਤੁਸੀਂ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਕਿ ਜਿਹੜਾ ਇੰਸਟੀਟਿਊਸ਼ਨ ਹੈ ਕਰਦਾ ਕੀ ਆ। ਦਿਆਨੰਦ ਮੈਡੀਕਲ ਕਾਲਜ ਦੇ ਨਾਲ ਜਿਹੜਾ ਇਹਦਾ ਸਾਡਾ ਹਸਪੀਟਲ ਹੈਗਾ, ਇਹ 1600 ਬੈੱਡ ਦਾ ਹਸਪੀਟਲ ਹੈ। ਅੱਛਾ ਜੀ। 1600 ਬੈੱਡ ਦਾ ਹਸਪੀਟਲ ਹੈ। ਇੱਕ ਸਭ ਤੋਂ ਵੱਡੀ ਗੱਲ ਹੈ, ਪ੍ਰੋਫਿਟ ਆਰਗੇਨਾਈਜੇਸ਼ਨ ਨਹੀਂ ਹੈ। ਇਹਨੂੰ ਰਨ ਕਰਦੀ ਹੈ ਸਾਡੀ ਉੱਥੇ ਮੈਨੇਜਿੰਗ ਸੁਸਾਇਟੀ ਰਨ ਕਰਦੀ, ਜਿਹਦੇ 'ਚ ਕਿ ਸਾਰੇ ਸ਼ਹਿਰ ਦੇ ਜਿਹੜੇ ਕੁਝ ਦਾਨਵੀਰ ਬੰਦੇ ਹੈਗੇ ਆ, ਜੀ। ਉਹਨਾਂ ਨੇ ਕੰਟਰੀਬਿਊਟ ਕਰਕੇ ਇਹਨੂੰ ਚਲਾਉਂਦੇ, ਜਿਹਦੇ 'ਚ ਉਹ ਕੋਈ ਪ੍ਰੋਫਿਟ ਨਹੀਂ ਲੈਂਦੇ। ਸਾਡੇ ਸੈਕਟਰੀ ਮਿਸਟਰ ਪ੍ਰੇਮ ਗੁਪਤਾ ਹੈਗੇ ਕਿ ਜਿਹੜੇ ਉਹ ਐਕਟਿਵਲੀ ਇਨਵੋਲਵ ਹੋ ਕੇ ਇਹਨੂੰ ਚਲਾਉਂਦੇ ਹੈਗੇ। ਜੀ। ਨਾਲ ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ ਤੇ ਮੈਡੀਕਲ ਸੁਪਰਡੈਂਟੈਂਟ ਹੈ ਜਿਹੜੇ ਹਸਪਤਾਲ ਚਲਾਉਂਦੇ। ਪਿਛਲੇ 1 ਸਾਲ ਦੇ ਵਿੱਚ ਹਸਪਤਾਲ ਦੇ ਵਿੱਚ ਅਸੀਂ ਜੇ ਆਊਟਡੋਰ ਪੇਸ਼ੈਂਟ ਦੀ ਗੱਲ ਕਰੀਏ ਤੇ ਅਸੀਂ ਕਮ ਸੇ ਘੱਟ 10 ਲੱਖ ਬੰਦੇ ਨੂੰ ਦੇਖ ਚੁੱਕੇ ਹਾਂ ਆਊਟਡੋਰ ਅੱਛਾ ਪੇਸ਼ੈਂਟ, ਜੀ। ਤੇ 1 ਲੱਖ ਪੇਸ਼ੈਂਟ ਸਾਡੇ ਉਹਦੇ ਵਿੱਚ ਦਾਖਲ ਹੋ ਚੁੱਕਾ ਹੈ। ਜੀ। ਸਾਡੇ ਉੱਥੇ ਹਸਪੀਟਲ 'ਚ ਸਾਰੀਆਂ ਸਪੈਸ਼ਲਟੀਜ਼ ਤੇ ਸੁਪਰ ਸਪੈਸ਼ਲਟੀਜ਼ ਹੈਗੀਆਂ। ਤੇ ਪਿਛਲੇ ਸਾਲ ਦੇ ਵਿੱਚ ਸਾਡੇ ਹਸਪੀਟਲ ਦੇ ਵਿੱਚ 45,000 ਦੇ ਕਰੀਬ ਸਰਜਰੀ ਦੇ ਆਪਰੇਸ਼ਨ ਸਾਰੇ ਹੋਏ ਆ। ਅੱਛਾ ਜੀ। ਸਾਡੇ ਕੋਲ ਹਸਪੀਟਲ ਦੇ ਵਿੱਚ 24 ਘੰਟੇ ਐਮਰਜੈਂਸੀ ਸਰਵਿਸਿਜ਼ ਹੈ। ਸਾਡੀ ਐਮਰਜੈਂਸੀ 24 ਘੰਟੇ ਖੁੱਲੀ ਹੈ, ਜਿਹਨੂੰ ਕਿ ਸੀਨੀਅਰ ਡਾਕਟਰ ਮੈਨੇਜ ਕਰਦੇ ਆ। ਜੀ। ਸਾਡੇ ਉੱਥੇ ਆਈਸੀਯੂ ਬੈੱਡਸ ਜਿਹੜੇ ਹੈਗੇ ਆ, 150 ਆਈਸੀਯੂ ਬੈੱਡ ਹੈ, ਜਿਹੜੇ ਕਿ ਪੰਜਾਬ 'ਚ ਹੋਰ ਕਿਸੇ ਵੀ ਹਸਪਤਾਲ 'ਚ ਨਹੀਂ ਹੈਗੇ। ਜੀ। ਜੀ। ਉਹਦੇ ਨਾਲ ਨਾਲ ਜਿਹੜਾ ਸਾਡਾ ਬਲੱਡ ਬੈਂਕ ਹੈ, ਸਾਡੀ ਲੈਬੋਰਟਰੀ ਸਰਵਿਸਿਜ਼ ਹੈ, ਉਹ 24 ਘੰਟੇ ਅਵੇਲੇਬਲ ਹੈ। ਜੀ। ਸੋ ਉਹਦੇ 'ਚ ਇਹ ਨਹੀਂ ਹੈ ਕਿ ਕਿਸੇ ਮਰੀਜ਼ ਨੂੰ ਇਹ ਨਹੀਂ ਵੇਟ ਕਰਨੀ ਪੈਂਦੀ ਕਿ ਹਾਂ ਬਈ ਸਾਨੂੰ ਸਵੇਰੇ ਹੀ ਕੋਈ ਸੀਨੀਅਰ ਡਾਕਟਰ ਮਿਲੇਗਾ। ਦਿਨ ਦੇ ਕਿਸੇ ਵੀ ਟਾਈਮ ਦੇ ਉੱਤੇ ਜੇ ਕਿਸੇ ਨੂੰ ਤਕਲੀਫ ਹੁੰਦੀ ਹੈ ਤੇ ਉਹ ਹਸਪਤਾਲ ਜਾ ਸਕਦਾ ਹੈ। ਇਸ ਤੋਂ ਇਲਾਵਾ ਸਾਡਾ ਜਿਹੜਾ ਹਸਪੀਟਲ ਹੈਗਾ, ਕਿ ਹਸਪੀਟਲ ਦੇ ਵਿੱਚ ਇੱਕ ਖਾਸੀਅਤ ਹੈ ਕਿ ਸਾਡੇ ਨਾਲ ਇੱਕ ਪ੍ਰੋਪਰ ਹਾਰਟ ਸੈਂਟਰ ਜਿਹੜਾ ਕਿ ਸੈਪਰੇਟ ਬਿਲਕੁਲ ਡੈਡੀਕੇਟਿਡ ਹਾਰਟ ਦੇ ਮਰੀਜ਼ਾਂ ਵਾਸਤੇ ਨਾਲ ਹੈਗਾ ਵਾ। ਜੀ। ਹਾਰਟ ਦੇ ਮਰੀਜ਼ਾਂ 'ਚ ਉਹਦੇ 'ਚ ਵੀ ਸਾਡੇ ਕੋਲ ਆਲਮੋਸਟ 200 ਦੇ ਕਰੀਬ ਬੈੱਡ ਹੈ। ਉਹਦੇ ਵਿੱਚ ਵੀ ਸਾਡੇ ਕੋਲ ਲੱਖ ਮਰੀਜ਼ ਪਿਛਲੇ 1 ਸਾਲ ਦੇ ਵਿੱਚ ਆਇਆ। ਸਾਡੇ ਕੋਲ ਉੱਥੇ ਕੋਰਨਰੀ ਐਂਜੀਓਗ੍ਰਾਫੀ, ਐਂਜੀਓਪਲਾਸਟੀਜ਼, ਹਾਰਟ ਦੀਆਂ ਜਿਹੜੀਆਂ ਵੀ ਕੰਪਲੈਕਸ ਸਰਜਰੀਜ਼ ਹੁੰਦੀਆਂ, ਪਲੱਸ ਬਾਈਪਾਸ ਸਰਜਰੀ, ਸਾਰੀਆਂ ਫੈਸਿਲਿਟੀਜ਼ ਹੈ। ਤੁਸੀਂ ਬੜੀ ਵਾਰੀ ਅਖਬਾਰਾਂ 'ਚ ਪੜ੍ਹਿਆ ਹੋਏਗਾ, ਸੁਣਿਆ ਹੋਏਗਾ ਲੋਕਾਂ ਕੋਲੋਂ ਕਿ ਹੁਣ ਪੰਜਾਬ ਦੇ ਵਿੱਚ ਕੈਂਸਰ ਦੀ ਵਾਧ ਬਹੁਤ ਜ਼ਿਆਦਾ ਹੋ ਗਈ ਹੈ, ਜਿਹਦੇ ਕਰਕੇ ਕਿ ਸਾਡੀ ਹਸਪਤਾਲ ਦੀ ਮੈਨੇਜਮੈਂਟ ਨੇ 2017 'ਚ ਇੱਕ ਡੈਡੀਕੇਟਿਡ ਕੈਂਸਰ ਸੈਂਟਰ ਸਾਡੇ ਉੱਥੇ ਹਸਪਤਾਲ 'ਚ ਖੁੱਲ੍ਹ ਗਿਆ। ਅੱਛਾ ਜੀ। ਜਿੱਥੇ ਸਰਜਰੀ, ਦਵਾਈਆਂ, ਬਿਜਲੀਆਂ ਲਗਾਉਣੀਆਂ, ਰੇਡੀਓਥੈਰੇਪੀ ਜਿਹਨੂੰ ਕਹਿੰਦੇ ਆ, ਉਹ ਸਾਰੀਆਂ ਫੈਸਿਲਿਟੀ ਤੇ ਅਵੇਲੇਬਲ ਹੈ ਹੀ ਹੈ। ਨਾਲ ਡਾਇਗਨੋਸਟਿਕ ਫੈਸਿਲਿਟੀਜ਼ ਜਿਵੇਂ ਪੈਟ ਸੀਟੀ ਹੈ, ਉਹ ਸਾਰਾ ਕੁਝ ਹੈ। ਇਹ ਤੇ ਜਿਹੜੀਆਂ ਕੁਝ ਖਾਸ ਚੀਜ਼ਾਂ ਸੀ। ਇਸ ਤੋਂ ਇਲਾਵਾ ਨਾਲ ਸਾਡਾ ਹਸਪੀਟਲ ਕਮਿਊਨਿਟੀ ਮੈਡੀਸਨ ਦੇ ਨਾਲ ਅਸੀਂ ਲੋਕ ਕਾਫੀ ਉਪਰਾਲੇ ਕਰਦੇ ਹਾਂ ਕਿ ਲੋਕਾਂ ਨੂੰ ਜਿਹੜਾ ਹੈਗਾ ਆਉਣ ਵਾਲੀਆਂ ਬਿਮਾਰੀਆਂ ਬਾਰੇ ਸਾਵਧਾਨੀ ਕੀਤੀ ਜਾਵੇ। ਉਸ ਬਾਰੇ ਅਸੀਂ ਕਮਿਊਨਿਟੀ ਮੈਡੀਸਨ ਦੇ ਪ੍ਰੀਵੈਂਟਿਵ ਮੈਡੀਸਨ ਬਹੁਤ ਜ਼ਿਆਦਾ ਕਰਦੇ ਹਾਂ, ਜਿਹਦੇ 'ਚ ਕਿ ਅਸੀਂ ਵੱਖਰੀ ਵੱਖਰੀ ਜਗ੍ਹਾ ਤੇ ਜਾ ਕੇ ਕੈਂਪਸ ਲਗਾਉਂਦੇ ਹਾਂ ਤੇ ਨਾਲ ਕਰਦੇ ਹਾਂ। ਇਹ ਸਾਰਾ ਕੁਝ ਤਾਂ ਹੀ ਪੋਸੀਬਲ ਹੁੰਦਾ ਹੈ ਜਦੋਂ ਹਸਪਤਾਲ ਦੇ ਨਾਲ ਇੱਕ ਮੈਡੀਕਲ ਕਾਲਜ ਅਟੈਚ ਹੁੰਦਾ ਹੈ। ਤੇ ਸਾਡੇ ਹਸਪਤਾਲ ਨੂੰ ਗਵਰਨਮੈਂਟ ਆਫ ਇੰਡੀਆ ਵੱਲੋਂ ਐਤਕੀ ਸਾਡੇ ਵਾਸਤੇ ਬੜੀ ਫਖਰ ਦੀ ਗੱਲ ਸੀ ਕਿ 2018 ਦੇ ਵਿੱਚ 14ਵੇਂ ਨੰਬਰ ਦੇ ਉੱਤੇ ਦਿੱਤਾ ਗਿਆ ਸੀਗਾ ਉਪਰਾਲਾ ਗਵਰਨਮੈਂਟ ਆਫ ਇੰਡੀਆ ਵੱਲੋਂ। ਬੜੇ ਬਾਡੀਜ਼ ਹੈਗੀਆਂ ਜਿਹੜੀਆਂ ਕਿ ਇਵੈਲੂਏਸ਼ਨ ਕਰਦੀਆਂ ਹਸਪੀਟਲਸ ਦੀਆਂ, ਉਹਦੇ ਵਿੱਚੋਂ ਸਾਨੂੰ 10 ਦਿਨ ਪਹਿਲਾਂ ਵਰਡ ਜਿਹੜਾ ਆਪਣਾ ਡੀਐਮਸੀ ਨੂੰ ਲੁਧਿਆਣੇ ਦੇ ਜਿਹੜਾ ਹੈਗਾ ਉਹਨੂੰ ਹਿੰਦੁਸਤਾਨ ਦੇ ਵਿੱਚ ਬੈਸਟ ਮਲਟੀ ਸਪੈਸ਼ਲਟੀ ਟਰਸ਼ਰੀ ਕੇਅਰ ਹਸਪੀਟਲ ਡਿਕਲੇਅਰ ਕੀਤਾ ਗਿਆ,
ਜਿਹੜਾ ਕਿ 2018 ਚ ਹੈ। ਬਹੁਤ ਤੇ ਮਾਣ ਵਾਲੀ ਗੱਲ ਹੈ। ਹਾਂਜੀ, ਸਾਡੇ ਵਾਸਤੇ ਬਹੁਤ ਮਾਣ ਵਾਲੀ ਗੱਲ ਸੀ। ਨਾਲ ਹੀ ਸਾਡਾ ਮੈਡੀਕਲ ਕਾਲਜ ਜਿਹੜਾ ਹੈਗਾ ਉਹ ਬੈਸਟ ਪ੍ਰਾਈਵੇਟ ਮੈਡੀਕਲ ਕਾਲਜ ਇਨ ਨਾਰਥ ਇੰਡੀਆ 2018 ਦਾ ਡਿਕਲੇਅਰ ਕੀਤਾ। ਬਿਲਕੁਲ। ਸੋ ਇਹ ਸਾਡੀਆਂ 3 ਰੈਕੋਗਨੀਸ਼ਨ ਜਿਹੜੀਆਂ ਸਾਨੂੰ ਇਹ ਪਿਛਲੇ ਸਾਲ ਮਿਲੀਆਂ ਸੀ, ਉਹ ਸਿਰਫ ਐਸੇ ਕਰਕੇ ਮਿਲੀਆਂ ਸੀਗੀਆਂ ਕਿ ਅਸੀਂ ਉੱਥੇ ਸਾਡਾ ਜਿਹੜਾ ਉਪਰਾਲਾ ਹੈਗਾ ਕਿ ਪੇਸ਼ੈਂਟਸ ਨੂੰ ਕੁਆਲਿਟੀ ਕੇਅਰ ਦਿੱਤੀ ਜਾਵੇ, ਜੀ ਇਨਸਾਨੀਅਤ ਦੇ ਨਾਲ ਦਿੱਤੀ ਜਾਵੇ। ਬਾਕੀ ਬੜੀ ਵਾਰੀ ਲੋਕੀ ਸੁਣਦੇ ਕਿ ਹਾਂ ਵੀ ਬਹੁਤ ਮਹਿੰਗਾ, ਸਾਡੇ ਹਸਪਤਾਲ ਜਾ ਕੇ ਕਿਸੇ ਨੂੰ ਮਹਿਸੂਸ ਨਹੀਂ ਹੁੰਦਾ ਜੀ। ਕਿ ਅਸੀਂ ਕਿਸੇ ਉਪਰਲੀ ਜਗ੍ਹਾ ਦੇ ਉੱਤੇ ਆਏ। ਜੀ ਜੀ ਮੈਂ ਇੱਥੇ ਇੱਕ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਜੀ। ਮੈਂ ਆਪਦੀ ਸਟੋਰੀ, ਮੈਂ ਇੱਕ ਵਾਰੀ ਐਡਮਿਟ ਹੋ ਚੁੱਕਾ ਉਸ ਹਸਪੀਟਲ ਦੇ ਵਿੱਚ। ਮੈਂ ਮੋਗਾ ਤੋਂ ਲੁਧਿਆਣਾ ਬੜੀ ਮੁਸ਼ਕਲ ਨਾਲ ਪਹੁੰਚਿਆ ਸੀਗਾ। ਔਰ ਜਦੋਂ ਮੈਂ ਉੱਥੇ ਐਮਰਜੈਂਸੀ ਦੇ ਗੇਟ 'ਚ ਐਂਟਰ ਕੀਤਾ, ਹਾਲਾਂਕਿ ਕਾਫੀ ਪੁਰਾਣੀ ਗੱਲ ਹੈ, ਮੈਂ 20 ਸਾਲ ਪੁਰਾਣੀ ਗੱਲ ਕਰ ਰਿਹਾ, ਤਾਂ ਉੱਥੇ ਮੈਨੂੰ ਇੱਕਦਮ ਜਾਣੀ ਮੇਰੇ ਤੁਸੀਂ ਮੈਂ ਕਹਿ ਸਕਦਾ 15 ਤੋਂ 20 ਡਾਕਟਰ ਜਿਹੜੇ ਸੀਗੇ ਉਹ ਮੇਰੇ ਆਲੇ ਦੁਆਲੇ ਸੀਗੇ। ਤੇ ਮੈਂ ਸਟ੍ਰੈਚਰ ਸੀ, ਅੱਧਾ ਤਾਂ ਮੇਰਾ ਜਾਣੀ ਜਿਹੜਾ ਸੀਗਾ ਉਹ ਦਰਦ ਪੇਨ ਜੋ ਵੀ ਮੈਨੂੰ ਪ੍ਰੋਬਲਮ ਸੀ ਉਦੋਂ ਹੀ ਚਲੀ ਗਈ। ਮੈਂ ਕਿਹਾ ਵੀ ਇੱਥੇ ਮੇਰੀ ਟੇਕ ਕੇਅਰ ਹੋਏਗੀ। ਪਰ ਜਿਹੜਾ ਮੇਰਾ ਮੋਗੇ ਤੋਂ ਲੁਧਿਆਣੇ ਤੱਕ ਦਾ ਸਫ਼ਰ, ਮੈਨੂੰ ਇੱਦਾਂ ਲੱਗਦਾ ਸੀ ਕਿ ਮੈਂ ਸ਼ਾਇਦ ਪਹੁੰਚ ਨਾ ਪਾਵਾਂ DMC ਦੇ ਵਿੱਚ। ਪਰ ਜਦੋਂ ਹੀ ਮੈਂ ਪਹੁੰਚਿਆ, ਜਿਹੜੀ ਮੈਂ ਉੱਥੇ ਐਂਟਰ ਹੋਇਆ ਜਦੋਂ, ਤਾਂ ਮੈਨੂੰ ਉਹ ਗੱਲ ਅੱਜ ਤੱਕ ਯਾਦ ਆ ਕਿ ਜਦੋਂ ਉਹ ਡਾਕਟਰ 15 ਦੇ ਕਰੀਬ ਸੀਗੇ, ਕਿਉਂਕਿ ਮੈਂ ਮੇਰੇ ਹਾਲਾਤ ਬਹੁਤ ਬੁਰੀ ਸੀ ਜਦੋਂ ਮੈਂ ਉੱਥੇ ਪਹੁੰਚਿਆ। 15 ਤੋਂ 20 ਡਾਕਟਰ ਮੇਰੇ ਆਲੇ ਦੁਆਲੇ ਸੀ। ਤੇ ਉਸ ਤੋਂ ਬਾਅਦ ਤਾਂ ਫਿਰ ਮੈਨੂੰ ਯਾਦ ਨਹੀਂ, ਕਿਉਂਕਿ ਉਹਨਾਂ ਨੇ ਫਿਰ ਮੇਰਾ ਜੋ ਵੀ ਟ੍ਰੀਟਮੈਂਟ ਕਰਨੀ ਸੀਗੀ ਉਹ ਫਿਰ ਤਾਂ ਮੈਨੂੰ ਜਦੋਂ ਮੇਰੀ ਅੱਖ ਖੁੱਲੀ ਤੇ ਮੈਂ ਬਿਲਕੁਲ ਠੀਕ ਸੀਗਾ। ਸੋ ਇਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਗਿਣਤੀ ਦੱਸੀ ਆ, ਅੰਕੜੇ ਦੱਸੇ ਆ, ਸਟੈਟਸ ਦੱਸੇ ਆ ਕਿ ਜਿਹੜੇ ਇੰਨੇ ਮਰੀਜ਼ ਤੁਹਾਡੇ ਕੋਲੇ ਤੁਸੀਂ ਟ੍ਰੀਟਮੈਂਟ ਕੀਤੀ, ਸਰਜਰੀਜ਼ ਹੋਈਆਂ, ਇਹਦੀ ਗਿਣਤੀ ਬਹੁਤ ਜ਼ਿਆਦਾ ਆ। ਮੇਰੇ ਹਿਸਾਬ ਦੇ ਨਾਲ ਜੇ ਅਸੀਂ ਦੇਖੀਏ ਸਾਰੇ ਅੰਟਾਰੀਓ ਦੇ ਜਿੰਨੇ ਹਸਪੀਟਲ ਆ, ਇੰਨੀਆਂ ਸਰਜਰੀਜ਼, ਮੈਂ ਹੁਣ ਮੇਰੇ ਕੋਲ ਸਟੈਟਸ ਹੈ ਨਹੀਂ ਆਪਾਂ ਟੈਲੀ ਕਰਕੇ ਦੇਖ ਸਕਦੇ ਹਾਂ। ਹੋ ਸਕਦਾ ਸਾਰੇ ਕੈਨੇਡਾ 'ਚ ਹੀ ਇੰਨੀਆਂ ਸਰਜਰੀਆਂ ਨਾ ਹੋਈਆਂ ਹੁਣ ਜਿੰਨੀਆਂ ਤੁਸੀਂ ਉੱਥੇ ਇੱਕ ਛੋਟੇ ਜਿਹੇ ਹਸਪੀਟਲ ਦੇ ਵਿੱਚ ਜਿਹੜੀ ਛੋਟਾ ਤਾਂ ਨਹੀਂ ਕਹਿ ਸਕਦੇ, ਬਹੁਤ ਵੱਡਾ ਹਸਪੀਟਲ ਆ ਉਹ, ਪਰ ਇੱਕ ਛੋਟੀ ਜਿਹੀ ਪ੍ਰੋਵਿੰਸ ਦੇ ਵਿੱਚ ਐਡਾ ਵੱਡਾ ਜਿਹੜਾ ਉਹ ਸੁਵਿਧਾ ਹੋਣੀ ਮਾਣ ਵਾਲੀ ਗੱਲ ਹੈ ਜੀ, ਪੰਜਾਬ ਵਾਸਤੇ ਵੀ ਔਰ ਸਾਡੇ ਜਿਹੜੇ ਬਾਹਰ ਬੈਠੇ ਪੰਜਾਬੀ ਉਹਨਾਂ ਵਾਸਤੇ ਵੀ। ਮੈਂ ਜਿਸ ਤਰ੍ਹਾਂ ਤੁਸੀਂ ਸਟੈਟਸ ਦੱਸੇ ਹੈਗੇ ਆ, ਵੇਟਿੰਗ ਪੀਰੀਅਡ ਕਿੰਨਾ ਕੁ ਜੀ ਕਿਸੇ ਨੂੰ ਕੋਈ ਜਦੋਂ, ਕਿਉਂਕਿ ਸਾਨੂੰ ਬਹੁਤ ਵੇਟ ਕਰਨੀ ਪੈਂਦੀ ਹੈ। ਉਸ ਚੀਜ਼ ਬਾਰੇ ਮੈਂ ਆਵਾਂਗਾ। ਅਸੀਂ ਵੀ 3 ਦਿਨ ਤੋਂ ਇਹਨਾਂ ਦਾ ਸਿਸਟਮ ਦੇਖਦੇ ਪਏ ਹਾਂ, ਜਿਹਦੇ 'ਚ ਉਹਦੇ ਸਾਨੂੰ ਥੋੜ੍ਹਾ ਬਹੁਤਾ ਚੀਜ਼ਾਂ ਦਾ ਪਤਾ ਲੱਗਦਾ ਹੈ। ਸਾਡੇ ਹਸਪੀਟਲ ਦੀ ਖਾਸੀਅਤ ਇਹ ਹੈਗੀ ਕਿ ਸਾਡੇ ਹਸਪੀਟਲ ਦੇ ਵਿੱਚ ਸਾਰਾ ਅਫੋਰਡੇਬਲ ਹੈਲਥ ਕੇਅਰ ਦਾ ਜਿਹੜਾ ਅਸੀਂ ਉਪਰਾਲਾ ਚਲਾਏ ਦਾ ਹੈਗਾ। ਤੁਸੀਂ ਜਦੋਂ ਵੀ ਹਸਪਤਾਲ 'ਚ ਆਉਂਦੇ ਹੋ, 30 ਰੁਪਏ ਦੇ ਵਿੱਚ, ਜਿਹੜਾ ਕਿ $50 ਦੇ ਕਰੀਬ ਬਣਦਾ ਹੈ, ਉਹਦੇ 'ਚ ਕਿਸੇ ਵੀ ਸਪੈਸ਼ਲਿਸਟ ਤੇ ਸੁਪਰ ਸਪੈਸ਼ਲਿਸਟ ਨੂੰ ਦਿਖਾ ਸਕਦੇ ਹੋ ਜੀ। ਤੁਸੀਂ ਜੇ ਕੋਈ ਵੀ ਆਪਣੀ ਸਰਜਰੀ ਕਰਾਣੀ ਹੈ, ਜਿਹੜਾ ਨੈਕਸਟ ਆਪਰੇਟਿਵ ਡੇ ਡਾਕਟਰ ਦਾ ਆਉਣਾ ਵਾ, ਉਹਦੇ 'ਚ ਤੁਹਾਡੀ ਸਰਜਰੀ ਹੋ ਜਾਂਦੀ ਹੈ ਜੀ। ਉਹਦੇ ਵਾਸਤੇ ਤੁਸੀਂ ਚਾਹੇ ਗੋਡਾ ਬਦਲਵਾਉਣਾ ਹੈ, ਹਿਪ ਰਿਪਲੇਸਮੈਂਟ ਕਰਾਣੀ ਹੈ ਜੀ, ਉਹ ਵੀ ਹੋ ਜਾਂਦੀ ਹੈ। ਜੇ ਕਿਸੇ ਕਾਰਡਿਕ ਪੇਸ਼ੈਂਟ ਨੂੰ ਪ੍ਰੋਬਲਮ ਹੈ ਸਾਡੇ ਹਾਰਟ ਸੈਂਟਰ ਦੇ ਵਿੱਚ, ਜੇ ਉਹਦੀ ਕੋਈ ਐਂਜੀਓਪਲਾਸਟੀ ਹੋਣੀ ਹੈ, ਜੇ ਤੇ ਐਮਰਜੈਂਸੀ ਹੈ ਤੇ ਘੰਟੇ ਦੇ ਵਿੱਚ ਜੋ ਕਿ ਵਰਲਡ ਦੇ ਬੈਸਟ ਸੈਂਟਰਸ ਦੇ ਵਿੱਚ ਹੁੰਦੀ ਹੈ ਕਿ ਇਮੀਡੀਏਟਲੀ ਤੁਹਾਨੂੰ ਹੋ ਜਾਣੀ ਹੈ। ਜੇ ਕਿਸੇ ਦੀ ਇਲੈਕਟਿਵ ਹੈਗੀ ਹੈ ਤੇ ਉਹ ਅਗਲੇ ਦਿਨ ਹੋ ਜਾਏਗੀ। ਸਰਜਰੀ ਹੈ, ਜੇ ਕਿਸੇ ਨੂੰ ਇਮੀਡੀਏਟ ਚਾਹੀਦੀ ਹੈ ਤੇ ਹੋ ਸਕਦਾ ਕਿ ਤੁਸੀਂ ਸਵੇਰੇ ਦਾਖਲ ਹੋਵੋ ਐਂਜੀਓਗ੍ਰਾਫੀ ਕਰਨ ਤੇ ਡਾਕਟਰ ਕਹਿਣ ਕਿ ਹਾਂ ਵੀ ਇਹ ਤੇ ਬੜਾ ਰਿਸਕੀ ਜਿਹਾ ਲੀਜਨ ਹੈਗਾ ਤੇ ਤੁਹਾਨੂੰ ਇਮੀਡੀਏਟਲੀ ਆਪਰੇਸ਼ਨ ਥੀਏਟਰ ਚ ਲੈ ਜਾਣ, ਨਹੀਂ ਤੇ ਵੱਧ ਤੋਂ ਵੱਧ ਅਗਲੇ 1-2 ਦਿਨ ਦੇ ਵਿੱਚ ਸਟੇਬਲਾਈਜ਼ ਕਰਕੇ ਸਾਡੇ। ਸੋ ਵੇਟਿੰਗ ਪੀਰੀਅਡ ਨਾਮ ਦੀ ਚੀਜ਼ ਮੇਰਾ ਨਹੀਂ ਖਿਆਲ ਕਿ ਤੁਹਾਨੂੰ DMC ਦੇ ਵਿੱਚ ਕੋਈ ਫੇਸ ਕਰਨੀ ਹੋਏਗੀ। ਹਾਂਜੀ, ਸੋ ਇਹਦੇ ਵਿੱਚ ਥੋੜਾ ਜਿਹਾ ਤੁਹਾਡਾ ਸਿਸਟਮ ਉਸ ਤਰ੍ਹਾਂ ਦਾ ਹੈਗਾ, ਹੈਲਥ ਸਿਸਟਮ ਹੈ, ਕਿਉਂਕਿ ਟੋਟਲੀ ਗਵਰਨਮੈਂਟ ਕੰਟਰੋਲਡ ਹੈ। ਸਾਡੇ 'ਚ ਹੈਗਾ ਕਿ ਇਹ ਪ੍ਰਾਈਵੇਟ ਹਸਪੀਟਲ ਹੋਣ ਕਰਕੇ ਸਾਡੇ ਹਸਪੀਟਲ ਦੇ ਵਿੱਚ ਕੋਈ ਵੇਟਿੰਗ ਪੀਰੀਅਡ ਦਾ ਨਾਮ ਦੀ ਕੋਈ ਚੀਜ਼ ਨਹੀਂ ਹੈ। ਤੁਸੀਂ ਜਦੋਂ ਆਉਂਦੇ ਹੋ ਤੁਹਾਨੂੰ ਉਸੇ ਟਾਈਮ ਇਵੈਲੂਏਸ਼ਨ ਨੂੰ ਤੇ ਸਟੇਬਲਾਈਜੇਸ਼ਨ ਨੂੰ ਜਿੰਨਾ ਕੁ ਟਾਈਮ ਲੱਗਣਾ ਉਹ ਲੱਗਣਾ। ਇਹ ਨਹੀਂ ਕਿ ਹਾਂ ਵੀ ਪੇਸ਼ੈਂਟ ਸਟੇਬਲਾਈਜ਼ ਨਹੀਂ ਹੈ ਤੇ ਡਾਕਟਰ ਨੇ ਕੋਈ ਕਿ ਹਾਂ ਵੀ ਮੈਨੂੰ ਕੋਈ ਲਾਲਚ ਹੈਗਾ, ਉਸ ਤਰ੍ਹਾਂ ਨਹੀਂ। ਜਦੋਂ ਪੇਸ਼ੈਂਟ ਸਟੇਬਲਾਈਜ਼ ਹੋ ਗਿਆ, ਸਰਜਰੀ ਵਾਸਤੇ ਫਿੱਟ ਹੋ ਗਿਆ, ਤੁਹਾਨੂੰ ਸਰਜਰੀ ਵਾਸਤੇ ਲਿੱਤਾ ਜਾਏਗਾ। ਉਹ ਵੱਧ ਤੋਂ ਵੱਧ ਤੁਹਾਨੂੰ 2 ਜਾਂ 3 ਦਿਨ ਦੀ ਵੇਟ ਕਰਨੀ ਪਏਗੀ, ਉਹ ਜਿਹਦਾ 'ਚ ਹੁੰਦਾ ਕਿ ਸਰਜਨ ਦਾ ਜਿਹੜਾ ਡੇ ਹੈ, ਸੋ ਉਹਦੇ ਵਿੱਚ ਹੈਗਾ। ਸਾਡੇ ਹਸਪਤਾਲ ਜਿਵੇਂ ਹੁਣ ਹੈਗਾ ਕਿ 45,000 ਸਰਜਰੀਆਂ ਲਾਸਟ ਈਅਰ 'ਚ ਕੀਤੀਆਂ। ਸਾਡਾ ਹਸਪੀਟਲ ਸਿਰਫ ਪੰਜਾਬ ਨੂੰ ਕੇਟਰ ਨਹੀਂ ਕਰਦਾ, ਸਾਡੇ ਕੋਲ ਸਾਰੇ ਆਲੇ ਦੁਆਲਿਓਂ, ਹਿਮਾਚਲ ਪ੍ਰਦੇਸ਼ 'ਚੋਂ, ਜੰਮੂ ਕਸ਼ਮੀਰ ਤੋਂ, ਰਾਜਸਥਾਨ ਤੋਂ, ਹਰਿਆਣੇ ਤੋਂ, ਚੰਡੀਗੜ੍ਹ, ਮਤਲਬ ਕਿ ਸਾਰੇ ਪਾਸਿਓਂ ਪੇਸ਼ੈਂਟਸ ਆਉਂਦੇ। ਤੇ ਪਿਛਲੇ ਸਾਲ ਸਾਡੇ ਵਾਸਤੇ ਫਖਰ ਦੀ ਸੀ ਕਿ ਈਵਨ 25 ਇੰਟਰਨੈਸ਼ਨਲ ਪੇਸ਼ੈਂਟ ਆਏ ਆ। ਸਾਡੇ ਕੋਲ ਹਜੇ ਕੋਈ ਡਾਟਾ ਉਸ ਤਰ੍ਹਾਂ ਦਾ ਨਹੀਂ ਹੈ, ਕਿਉਂਕਿ ਜਿਹੜਾ ਕੋਈ ਪੰਜਾਬੀ ਇੱਥੋਂ ਜਾਏਗਾ ਕੈਨੇਡਾ ਤੋਂ, ਸਾਨੂੰ ਉਹ ਆ ਕੇ ਪੰਜਾਬ ਦਾ ਐਡਰੈਸ ਲਿਖਾਉਂਦਾ ਹੈ,
ਕੁਝ ਪੇਸ਼ੈਂਟਸ ਹੁੰਦੇ ਕਿ ਜਿਹੜੇ ਸਾਨੂੰ ਬਾਹਰ ਦਾ ਐਡਰੈਸ ਲਿਖਾਉਂਦੇ ਜੀ, ਆ ਜੀ। ਸਾਡੇ ਕੋਲ ਜਿਹੜੀ ਚੀਜ਼ ਤੁਸੀਂ ਅੱਗੇ ਕਹੀ ਸੀਗੀ ਸਰਦੀਆਂ ਦੇ ਵਿੱਚ ਬਹੁਤ ਜ਼ਿਆਦਾ ਮਰੀਜ਼ ਹੈ ਕਿ ਜਿਹੜੇ ਉੱਥੇ ਜਾਂਦੇ ਸਾਡੇ ਕੋਲ ਕਾਫੀ ਇੱਥੋਂ ਪੇਸ਼ੈਂਟ ਆਉਂਦੇ ਕਿ ਜਿਹੜੇ ਆ ਕੇ ਕਹਿੰਦੇ ਜੀ ਕਿ ਹੁਣ ਸਰਦੀਆਂ ਸੀਗੀਆਂ ਅਸੀਂ ਇੱਥੋਂ ਆਏ ਹਾਂ ਬਿਲਕੁਲ। ਸੋ ਇਹ ਚੀਜ਼ ਦੀ ਜਿਹੜੀ ਹੈਗੀ ਹੈ ਕਿ ਸਾਡੇ ਹਸਪੀਟਲ ਦੇ ਵਿੱਚ ਕੋਈ ਵੇਟਿੰਗ ਨਾਮ ਦੀ ਕੋਈ ਚੀਜ਼ ਬਿਲਕੁਲ ਨਹੀਂ ਹੈ ਸਾਡੀ ਹਾਫ ਆਫ ਦਾ ਪਾਪੂਲੇਸ਼ਨ ਜਿਹੜੀ ਪੰਜਾਬ ਦੀ ਹੈ ਇੱਥੇ ਰਹਿੰਦੀ ਹੈ ਜੀ, ਇੱਥੇ ਦੇ ਪੰਜਾਬੀ ਜਿਹੜੇ ਅਸੀਂ ਉਹਨਾਂ ਚੋਂ ਹਾਫ ਆਫ ਦਾ ਪਾਪੂਲੇਸ਼ਨ ਬੈਕ ਇੰਡੀਆ ਚਲੇ ਜਾਂਦੇ ਜਦੋਂ ਵੈਦਰ ਵਧੀਆ ਹੁੰਦਾ। ਹਾਂਜੀ ਹਾਂਜੀ ਸੋ ਕਿਉਂਕਿ ਇੱਥੇ ਸਨੋ ਵਗੈਰਾ ਦੇ ਬਹੁਤ ਕਰਕੇ ਜ਼ਿਆਦਾ ਬਾਹਰ ਨਹੀਂ ਹੁੰਦਾ। ਨਿਕਲ ਸਕਦੇ ਤੇ ਉਹ ਫਿਰ ਬਿਮਾਰ ਤਾਂ ਹੋਣਾ ਹੀ ਜੀ ਬੰਦੇ ਨੇ। ਇਹ ਤਾਂ ਹੈ ਨਹੀਂਗਾ ਕਿ ਵੀ ਮੈਂ ਤੰਦਰੁਸਤ ਰਹੂੰਗਾ, ਕੋਈ ਨਾ ਕੋਈ ਬਿਮਾਰੀ ਆ ਜਾਂਦੀ ਹੈ ਤਾਂ ਫਿਰ ਬੈਸਟ ਹਸਪੀਟਲ ਨੂੰ ਜਾਂਦੇ ਆ ਤੇ ਦੈਟਸ DMC, ਉੱਥੇ ਤਾਂ ਪਹੁੰਚਣਾ ਹੀ ਪਹੁੰਚਣਾ ਜੀ। ਹਾਂਜੀ। ਤੇ ਬਾਕੀ ਆਪਾਂ ਗੱਲਾਂ ਬਾਤਾਂ ਫਿਰ ਕਰਦੇ ਜੀ। ਡਾਕਟਰ ਗੁਰਜੀਤ ਸਿੰਘ ਜੀ, ਤੁਸੀਂ ਜਿਹੜਾ ਇਹਨਾਂ ਦਾ ਤੁਸੀਂ ਜਿਹੜਾ ਸਟਾਰਟ ਕੀਤਾ ਪ੍ਰੋਗਰਾਮ ਜਿਹੜਾ NRI ਫੈਮਿਲੀ ਮੈਡੀਕਲ ਪਲਾਨ, ਇਹ ਤੁਸੀਂ ਵਿਲੀਅਮ ਔਸਲਰ ਹਸਪੀਟਲ ਦੇ ਨਾਲ ਟਾਈ ਅਪ ਕਰਕੇ ਸਟਾਰਟ ਕੀਤਾ। ਟੀਮ ਇਹਦੇ ਬਾਰੇ ਥੋੜਾ ਤੁਹਾਨੂੰ ਦੱਸ ਦਿੰਦਾ। ਉਹਦੇ ਬਾਰੇ ਥੋੜੀ ਜਿਹੀ ਡਿਟੇਲ ਸਾਡੇ ਦਰਸ਼ਕਾਂ ਨੂੰ ਦੱਸੋ ਜੀ। ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ ਜਿਹੜਾ ਹਸਪੀਟਲ ਹੈ ਇਹ ਹਮੇਸ਼ਾ ਹੀ ਅਫੋਰਡੇਬਲ ਹੈਲਥ ਕੇਅਰ ਨੂੰ ਮੁੱਖ ਰੱਖਦੇ ਹੋਏ ਆਪਣੇ ਪ੍ਰੋਗਰਾਮ ਬਣਾਉਂਦਾ ਹੈ ਜੀ। ਔਰ ਦੂਸਰਾ ਹਸਪੀਟਲ ਇਹ ਦੇਖਦਾ ਹੈ ਕਿ ਕਿਸ ਤਰ੍ਹਾਂ ਅਸੀਂ ਪੰਜਾਬ ਦੀ ਪਾਪੂਲੇਸ਼ਨ ਨੂੰ, ਚਾਹੇ ਉਹ ਪੰਜਾਬ 'ਚ ਹੋਵੇ ਚਾਹੇ ਉਹ ਪੰਜਾਬ ਤੋਂ ਬਾਹਰ ਰਹਿੰਦੀ ਹੋਵੇ, ਜੀ। ਅਸੀਂ ਉਹਨੂੰ ਕਿਸ ਤਰ੍ਹਾਂ ਵੱਧ ਤੋਂ ਵੱਧ ਬੈਨੀਫਿਟ ਦੇ ਸਕਦੇ ਹਾਂ। ਇੱਕ ਜਿਹੜੀ ਮੇਨ ਚੀਜ਼ ਸਾਡੇ ਨੋਟਿਸ 'ਚ ਆਈ ਸੀ ਪਿਛਲੇ ਕਾਫੀ ਦੇਰ ਤੋਂ, ਉਹ ਇਹ ਸੀਗੀ ਕਿ ਜਿਹੜੇ NRI ਬਾਹਰ ਰਹਿੰਦੇ ਆ, ਕੁਝ PR ਦੇ ਦਾਇਰੇ 'ਚ ਹੈ, ਕੁਝ ਸਿਟੀਜ਼ਨ ਦੇ ਦਾਇਰੇ 'ਚ ਹੈ, ਤਾਂ ਉਹਨਾਂ ਦੇ ਕਈਆਂ ਦੇ ਪੇਰੈਂਟਸ ਅਜੇ ਪੰਜਾਬ 'ਚ ਹੀ ਨੇ। ਜੀ। ਕੋਈ ਟ੍ਰਾਂਜ਼ਿਟ ਹੋ ਰਹੇ ਨੇ, ਕੋਈ ਮਿਲਣ ਵਾਸਤੇ ਆਉਂਦੇ ਨੇ, ਕੋਈ ਇੱਥੇ ਰਹਿਣਾ ਹੀ ਪਸੰਦ ਕਰਦੇ ਨੇ ਪੰਜਾਬ 'ਚ, ਉਹ ਇੱਥੇ ਸ਼ਿਫਟ ਨਹੀਂ ਹੁੰਦੇ। ਜੀ। ਹੁਣ ਜਿਹੜਾ ਬੰਦਾ ਇੱਥੇ ਕੈਨੇਡਾ 'ਚ ਬੈਠਾ ਹੈ, ਉਹਨੂੰ ਇਹ ਫਿਕਰ ਹੁੰਦੀ ਹੈ ਕਿ ਮੇਰੇ ਮਾਪੇ ਦੀ ਹੈਲਥ ਕੱਲ੍ਹ ਨੂੰ ਕੋਈ ਐਮਰਜੈਂਸੀ ਹੋ ਜਾਂਦੀ ਹੈ, ਕੋਈ ਡਿਜ਼ੀਜ਼ ਲੱਗ ਜਾਂਦੀ ਹੈ, ਤਾਂ ਉਹਨਾਂ ਨੂੰ ਹਸਪੀਟਲ ਲਿਜਾਣ ਵਾਲਾ, ਟੇਕ ਕੇਅਰ ਕਰਨ ਵਾਲਾ, ਜੀ। ਮੂਵਮੈਂਟ, ਡਾਕਟਰ ਨਾਲ ਗੱਲਬਾਤ ਕਰਨੀ, ਕੋਈ ਰਾਏ ਲੈਣੀ, ਇਹ ਉਹਨਾਂ ਨੂੰ ਬੜੀ ਦਿੱਕਤ ਆਉਂਦੀ ਸੀ। ਜੀ। ਉਹਦੇ ਲਈ ਉਹ ਕੀ ਕਰਦੇ ਸੀ ਵੀ ਜਿਹੜੇ ਪੰਜਾਬ 'ਚ ਉਹਨਾਂ ਦੇ ਰਿਲੇਟਿਵਸ ਨੇ ਉਹਨਾਂ ਨੂੰ ਫੋਨ ਕਰਦੇ ਸੀ, ਕਿਸੇ ਦੇ ਥਰੂ ਫੋਨ ਕਰਦੇ ਸੀ, ਕਿਸੇ ਕੋਈ ਨਾਲ ਆਉਂਦਾ ਹੈ, ਕਈ ਵਾਰੀ ਕੋਈ ਨਹੀਂ ਆਉਂਦਾ, ਫਿਰ ਉੱਥੋਂ ਪੈਸੇ ਟ੍ਰਾਂਸਫਰ ਕਰਨੇ, ਇਸ ਤਰ੍ਹਾਂ ਦੀਆਂ ਦਿੱਕਤਾਂ ਬਹੁਤ ਸੀਗੀਆਂ। ਜੀ। ਇਹਨਾਂ ਦਿੱਕਤਾਂ ਨੂੰ ਮੁੱਖ ਰੱਖਦੇ ਹੋਏ ਅਸੀਂ NRI ਫੈਮਿਲੀ ਮੈਡੀਕਲ ਕੇਅਰ ਬਣਾਈ ਸੀ। ਇਹਦੇ 'ਚ ਇਹ ਹੈ ਕਿ ਜਿਹੜਾ NRI ਹੈ, ਉਹ ਜਿਹੜੀ ਇੱਥੇ ਫੈਮਿਲੀ ਪੰਜਾਬ 'ਚ ਰਹਿੰਦੀ ਹੈ, ਉਹਦੇ ਜਿਹੜੇ ਵੀ ਮੈਂਬਰ ਫੈਮਿਲੀ ਦੇ ਹੋਣ, ਚਾਹੇ ਉਹ ਕਿਸੇ ਹੋਰ ਨੂੰ ਉਹਦਾ ਨੀਅਰ ਐਂਡ ਡੀਅਰ ਹੈ, ਕੋਈ ਰਿਸ਼ਤੇਦਾਰ ਹੈ ਜਿਹਦੀ ਉਹ ਕੇਅਰ ਕਰਾਉਣਾ ਚਾਹੁੰਦਾ ਹੈ, ਉਹ ਸਾਡੇ ਕੋਲੇ ਐਨਰੋਲ ਕਰਾ ਦੇਗਾ। ਜੀ। ਅਸੀਂ ਉਹਨੂੰ ਇੱਕ ਕਾਰਡ ਇਸ਼ੂ ਕਰ ਦੇਵਾਂਗੇ, ਸਾਰੇ ਮੈਂਬਰਸ ਨੂੰ ਅਲੱਗ-ਅਲੱਗ ਕਾਰਡ ਇਸ਼ੂ ਹੋ ਜਾਣਗੇ ਔਰ ਕਲੈਕਟਿਵਲੀ ਉਹਨਾਂ ਦਾ ਇੱਕ ਰੈਫਰੈਂਸ ਨੰਬਰ ਸਾਡੇ ਕੋਲੇ ਸਟੋਰ ਹੋ ਜਾਏਗਾ। NRI ਆਪਣੀ ਈਮੇਲ ID ਤੇ ਆਪਣਾ ਫੋਨ ਨੰਬਰ ਉਹ ਅਸੀਂ ਰਜਿਸਟਰ ਕਰ ਲਵਾਂਗੇ ਉਹਦੇ ਕੋਲੋਂ। ਠੀਕ ਹੈ ਜੀ। ਜਦੋਂ ਵੀ ਉਹਨਾਂ ਨੂੰ ਕੋਈ ਹੈਲਥ ਰਿਲੇਟਡ ਇਸ਼ੂ ਹੁੰਦਾ ਹੈ, ਕੋਈ ਜ਼ਰੂਰਤ ਪੈਂਦੀ ਹੈ, ਉਹ ਸਾਡਾ ਅਸੀਂ ਇੱਕ ਨੰਬਰ ਲਿਆ ਸਪੈਸ਼ਲ ਇਸ ਪਲਾਨ ਲਈ, ਜਿਹੜਾ ਕਿ ਅਸੀਂ ਕੈਨੇਡਾ ਦੇ ਹਿਸਾਬ ਨਾਲ ਹੀ ਲਿਆ, 9329329327 ਜੀ। ਤਾਂ ਕਿ ਇੱਥੇ ਇਸ ਤਰ੍ਹਾਂ ਦਾ ਕਲਚਰ ਹੈ 334 ਵਾਲਾ। ਜੀ। ਤੇ ਇਸ ਨੰਬਰ ਤੇ ਸਾਨੂੰ ਕਾਲ ਕਰਨਗੇ ਇੰਡੀਆ ਤੋਂ ਹੀ, ਚਾਹੇ ਬਾਹਰੋਂ ਕਰ ਲੈਣ। ਜੀ। ਤਾਂ ਇੰਡੀਅਨ ਨੰਬਰ ਹੈ ਇਹ। ਕਾਲ ਕਰਨਗੇ ਤਾਂ ਸਾਡੀ ਐਂਬੂਲੈਂਸ, ਜਿਸ ਤਰ੍ਹਾਂ ਦਾ ਪੇਸ਼ੈਂਟ ਹੋਊਗਾ ਉਸ ਤਰ੍ਹਾਂ ਦੀ ਐਂਬੂਲੈਂਸ, ਸਾਡੇ ਕੋਲ ਹਰ ਤਰ੍ਹਾਂ ਦੀ ਐਂਬੂਲੈਂਸ ਹੈ, ਕਾਰਡੀਅਕ ਵਾਲੀ ਵੀ, ਦੂਸਰੀ ਵੀ, ਵਿੱਚ ਵੈਂਟੀਲੇਟਰ ਵੀ ਹੈ, ਡਾਕਟਰ ਵੀ ਨਾਲ ਜਾਂਦੇ ਆ। ਤਾਂ ਜਿਸ ਤਰ੍ਹਾਂ ਦਾ ਪੇਸ਼ੈਂਟ ਹੋਏਗਾ ਉਸ ਤਰ੍ਹਾਂ ਦੀ ਐਂਬੂਲੈਂਸ ਭੇਜ ਕੇ ਪੇਸ਼ੈਂਟ ਨੂੰ ਅਸੀਂ ਹਸਪੀਟਲ ਸ਼ਿਫਟ ਕਰਾ ਦੇਵਾਂਗੇ। ਜੀ। ਇਮੀਡੀਏਟਲੀ ਉਹਦਾ ਟ੍ਰੀਟਮੈਂਟ ਸ਼ੁਰੂ ਹੋ ਜਾਏਗਾ। ਜਿਹੜਾ NRI ਹੈ ਉਹਨੂੰ ਇੱਕ ਮੇਲ ਜਾਂ SMS ਚਲਾ ਜਾਏਗਾ, ਕਾਲ ਵੀ ਕਰ ਸਕਦੇ ਆ ਕਿ ਇਸ ਤਰ੍ਹਾਂ ਇਹ ਪੋਜੀਸ਼ਨ ਹੋਈ ਹੈ ਔਰ ਆਹ ਕਰਨਾ ਹੈ। ਤਾਂ ਉਸ ਵੇਲੇ ਉਹਦਾ ਇਲਾਜ ਚੱਲੇਗਾ। ਇਲਾਜ ਦੇ ਦੌਰਾਨ NRI ਦੀ ਅਸੀਂ ਫੈਸਿਲਿਟੀਜ਼ ਬਣਾਈਆਂ ਕਿ ਜਿਹੜੇ ਸੋਸ਼ਲ ਮੀਡੀਆ ਦੇ ਦੌਰਾਨ ਕੋਈ ਸਕਾਈਪ ਹੈ, ਗੂਗਲ ਡੂ ਹੈ, ਉਹਦੇ ਥਰੂ ਅਸੀਂ NRI ਨੂੰ ਉਹਦੇ ਪੇਰੈਂਟ ਜਾਂ ਨੀਅਰ ਐਂਡ ਡੀਅਰ ਨਾਲ ਗੱਲਬਾਤ ਵੀ ਕਰਾਵਾਂਗੇ। ਡਾਕਟਰ ਨਾਲ ਵੀ ਗੱਲਬਾਤ ਕਰਾ ਸਕਦੇ ਆ ਜੇ ਉਹ ਜ਼ਰੂਰ ਸਮਝਣਗੇ ਵੀ ਅਸੀਂ ਡਾਕਟਰ ਤੋਂ ਕੁਝ ਰਾਏ ਲੈਣੀ ਹੈ, ਕੋਈ ਸਟੇਜ ਪੁੱਛਣੀ ਹੈ, ਕੋਈ ਡਾਕਟਰ ਕੋਲ ਪੇਸ਼ੈਂਟ ਦੀ ਕੰਡੀਸ਼ਨ ਪੁੱਛਣਾ ਚਾਹੁੰਦੇ ਨੇ, ਕਿਤੇ ਡਿਸਕਸ ਕਰਨਾ ਚਾਹੁੰਦੇ ਨੇ ਉੱਥੇ, ਤਾਂ ਅਸੀਂ ਉਹਨਾਂ ਦੀ ਰਿਪੋਰਟਸ ਵੀ ਸ਼ੇਅਰ ਕਰ ਸਕਦੇ ਹਾਂ ਉਹਨਾਂ ਨਾਲ। ਠੀਕ ਹੈ। ਉਹ ਇੱਥੇ ਆਪਣੀ ਰਾਏ ਵੀ ਲੈ ਸਕਦੇ ਆ, ਡਿਸਕਸ ਕਰ ਸਕਦੇ ਆ, ਤਾਂ ਕਿ ਉਹ ਪਰੇਸ਼ਾਨ ਨਾ ਹੋਣ। ਉਹਨਾਂ ਨੂੰ ਕੌਨਫੀਡੈਂਸ ਰਹੇ ਕਿ ਸਾਡੇ ਜਿਹੜੇ ਮਾਪੇ ਨੇ ਜਾਂ ਨੀਅਰ ਐਂਡ ਡੀਅਰ ਨੇ, ਪ੍ਰੋਪਰ ਉਹਨਾਂ ਦੀ ਕੇਅਰ ਹੋ ਰਹੀ ਹੈ ਔਰ ਉਹ ਡੇ ਬਾਏ ਡੇ ਬਿਲਕੁਲ ਠੀਕ ਹੋ ਰਹੇ ਨੇ। ਜੀ। ਔਰ ਤੀਸਰਾ ਇਹਦੇ ਵਿੱਚ ਇਹ ਹੈ ਕਿ ਜਿਸ ਤਰ੍ਹਾਂ ਹੀ ਉਹ ਡਿਸਚਾਰਜ ਹੋਣਗੇ, ਉਹਨਾਂ ਦਾ ਅਸੀਂ ਪੂਰਾ ਜਿਹੜਾ ਟ੍ਰੀਟਮੈਂਟ ਰਿਕਾਰਡ ਹੈਗਾ ਔਰ ਜੋ ਅਸੀਂ ਕੇਅਰ ਕੀਤੀ ਔਰ ਜਿਹੜੀ ਮੈਡੀਕੇਸ਼ਨ ਤੇ ਉਹ ਹੈਗੇ ਨੇ, ਉਹ ਅਸੀਂ ਨਾਲ ਸ਼ਿਫਟ ਕਰਾਂਗੇ, NRI ਨੂੰ ਵੀ ਨਾਲ ਈਮੇਲ ਕਰਾਂਗੇ ਔਰ ਫਾਲੋਅਪ ਕੇਅਰ ਦਾ ਵੀ ਪਲਾਨ ਉਹਨਾਂ ਦੇ ਨਾਲ ਬਣਾਵਾਂਗੇ ਕਿ ਕਿਸ ਤਰ੍ਹਾਂ ਜੇ ਉਹ ਆਪ ਆ ਸਕਦੇ ਆ, ਠੀਕ ਨਹੀਂ, ਅਸੀਂ ਫਿਰ ਫਾਲੋਅਪ ਲਈ ਵੀ ਉਹਨਾਂ ਨੂੰ ਪਿਕ ਕਰਾਂਗੇ ਔਰ ਇਸ ਤਰ੍ਹਾਂ ਦੀ ਪੂਰੀ ਸੁਵਿਧਾ ਬਣੇਗੀ। ਇਹਦੇ ਵਿੱਚ ਅਸੀਂ ਫਿਲਹਾਲ ਸਾਡੀ ਮੈਨੇਜਮੈਂਟ ਨੇ ਅਫੋਰਡੇਬਿਲਿਟੀ ਕਰਕੇ ਹੀ ਕੋਈ ਰਜਿਸਟ੍ਰੇਸ਼ਨ ਚਾਰजेस, ਕੋਈ ਇਸ ਤਰ੍ਹਾਂ ਦੀ ਫੀਸ ਅਸੀਂ ਮੈਂਬਰਸ਼ਿਪ ਦੀ ਨਹੀਂ ਰੱਖੀ। ਅਸੀਂ ਪੇਸ਼ੈਂਟ ਨੂੰ ਰਜਿਸਟਰ ਕਰ ਲਵਾਂਗੇ ਤੇ ਜਦੋਂ ਕੋਈ ਜ਼ਰੂਰਤ ਪਏਗੀ ਉਦੋਂ ਇਨਫੋਰਮੇਸ਼ਨ ਤੇ ਜਿੰਨੇ ਪੈਸੇ ਹੋਣਗੇ ਉਦੋਂ ਟ੍ਰਾਂਸਫਰ NRI ਕਰ ਸਕਦਾ। NRI ਇੱਥੋਂ ਜੇ ਕੈਨੇਡਾ ਤੋਂ ਵੀ ਉੱਥੇ ਟ੍ਰਾਂਸਫਰ ਕਰ ਸਕਦੇ ਆ? ਹਾਂਜੀ, ਅਸੀਂ ਨਾ ਫੈਸਿਲਿਟੀ ਲੈ ਲਈ ਹੈਗੀ ਹੈ ਆਨਲਾਈਨ ਟ੍ਰਾਂਸਫਰ ਦੀ। ਅੱਛਾ ਜੀ। ਅਸੀਂ ਆਪਣੀ ਵੈਬਸਾਈਟ ਇੱਕ ਸਾਡੀ ਡਿਵੈਲਪ ਹੋ ਗਈ ਹੈ, ਉਹਦੇ ਤੇ ਹੀ ਅਸੀਂ ਇੱਕ ਲਿੰਕ ਬਣਾ ਦੇਣਾ, ਉਸ ਲਿੰਕ ਦੇ ਥਰੂ ਤੁਸੀਂ
Payment ਕਰ ਸਕਦੇ। ਹਾਂਜੀ, ਪੇਮੈਂਟ ਗੇਟਵੇ ਬਣ ਜਾਊਗਾ, ਜਿਵੇਂ ਆਪਾਂ ਪੇਮੈਂਟ ਗੇਟਵੇ ਦੇ ਥਰੂ ਪੇਮੈਂਟ ਕਰਾਉਂਦੇ ਆ, ਬਿਜਲੀ ਦੇ ਬਿੱਲ ਦਿੰਦੇ ਆ, ਇਲੈਕਟ੍ਰਿਸਿਟੀ ਦੇ ਪਾਣੀ ਦੇ ਬਿੱਲ ਦਿੰਦੇ ਆ, ਹੋਰ ਤਾਂ ਉਹ ਲਿੰਕ ਤੇ ਆਪਾਂ ਕਲਿੱਕ ਕਰਕੇ ਪੇ ਕਰ ਸਕਾਂਗੇ। ਬਹੁਤ ਵਧੀਆ ਤੁਹਾਡਾ ਪਲਾਨ ਹੈ ਜੀ। ਇਹਦੇ ਸਾਡੇ ਜਿਹੜੇ ਬਹੁਤ ਸਾਰੇ ਮਿੱਤਰ ਪਿਆਰੇ ਅਜ਼ੀਜ਼ ਜਾਂ ਸਾਡੇ ਰਿਸ਼ਤੇਦਾਰ ਜਿਹੜੇ ਉੱਥੇ ਰਹਿੰਦੇ ਨੇ, ਉਹ ਇਸ ਮੈਨੂੰ ਲੱਗਦਾ ਵੀ ਆਪਣੇ ਇਸ ਪ੍ਰੋਗਰਾਮ ਤੋਂ ਬਾਅਦ ਜਾਂ ਤੁਹਾਡੀ ਇਸ ਫੇਰੀ ਤੋਂ ਬਾਅਦ ਤੁਹਾਨੂੰ ਕਾਫੀ ਫੋਨ ਕਾਲਸ ਆਉਣ ਵਾਲੀਆਂ ਹੈਗੀਆਂ। ਸੋ ਉਹਦੇ ਵਾਸਤੇ ਤੁਸੀਂ ਪ੍ਰਪੇਅਰ ਰਹੋ, ਕਿਉਂਕਿ ਜਿਹੜਾ ਆਪਣਾ ਪ੍ਰੋਗਰਾਮ ਥਰੂ ਆਊਟ ਕੈਨੇਡਾ ਵੇਖਿਆ ਜਾਣਾ। ਸੋ ਮੇਰਾ ਕੁਐਸਚਨ ਇਹ ਸੀਗਾ, ਜਿਹੜਾ ਇਹ ਤੁਸੀਂ NRI ਦਾ ਰੱਖਿਆ, ਕਿਹੜੀ ਕਿਹੜੀ ਕੰਟਰੀਜ਼ ਇਹਦੇ ਵਿੱਚ ਭਾਗ ਲੈ ਸਕਦੇ? ਓਨਲੀ ਕੈਨੇਡਾ ਜਾਂ ਹੋਰ ਕੰਟਰੀਜ਼ ਤੋਂ ਵੀ? ਨਹੀਂ, ਭਾਗ ਤਾਂ ਸਾਰੇ ਲੈ ਸਕਦੇ, ਕਿਉਂਕਿ NRI ਤਾਂ ਆਪਾਂ ਨੌਨ ਰੈਜ਼ੀਡੈਂਟ Non ਇੰਡੀਅਨ ਕਹਿੰਦੇ residents, ਜੀ। ਆ, ਪਰ ਫਿਲਹਾਲ ਕਿਉਂਕਿ ਅਸੀਂ ਕੈਨੇਡਾ 'ਚ ਆਏ ਹੋਏ ਆ ਔਰ ਆਪਾਂ ਇਸ ਏਰੀਆ ਦੀ ਗੱਲ ਕਰ ਰਹੇ ਆ, ਜੀ। ਤਾਂ ਜੇ ਪਰ ਤੁਹਾਡਾ ਪ੍ਰੋਗਰਾਮ ਅਮਰੀਕਾ 'ਚ ਉਹ ਦੇਖਦੇ ਆ ਲੋਕ, ਜਾਂ ਜਿੱਥੇ ਵੀ ਦੇਖਦੇ ਆ, ਸੋਸ਼ਲ ਮੀਡੀਆ ਥਰੂ ਹੋ ਸਕਦਾ ਜੀ ਇਹ ਤਾਂ ਜੇ ਆਸਟ੍ਰੇਲੀਆ 'ਚ ਵੀ ਦੇਖਿਆ ਦੇਖਣਗੇ ਤਾਂ ਜਾਵੇ। ਜਿੰਨੇ ਵੀ ਨੌਨ ਰੈਜ਼ੀਡੈਂਟ ਇੰਡੀਅਨ ਹੈਗੇ, ਚਾਹੇ ਉਹ ਕਿਸੇ ਵੀ ਦੇਸ਼ 'ਚ ਰਹਿੰਦੇ ਆ, ਜਿਨ੍ਹਾਂ ਦੇ ਨੀਅਰ ਐਂਡ ਡੀਅਰ ਉੱਥੇ ਪੰਜਾਬ 'ਚ ਰਹਿੰਦੇ ਆ, ਜੀ। ਤਾਂ ਅਸੀਂ ਉਸ ਪੰਜਾਬ ਦੇ ਵਿੱਚ ਸਾਰੇ ਵੀ ਉਹਨਾਂ ਨੂੰ ਕੈਟਰ ਕਰਾਂਗੇ। ਜੀ ਇਹ ਇਕੱਲਾ ਕਿਸੇ ਦੇਸ਼ ਲਈ ਨਹੀਂ ਹੈ। NRI ਜਿੰਨੇ ਵੀ ਮਤਲਬ ਪੰਜਾਬੀ ਬਾਹਰ ਰਹਿੰਦੇ ਨੇ ਜੀ। ਔਰ ਉਹ ਆਪਣੇ ਨੀਅਰ ਐਂਡ ਡੀਅਰ ਦੀ ਕੇਅਰ ਕਰਾਉਣਾ ਚਾਹੁੰਦੇ ਆ, ਫੈਮਿਲੀ ਮੈਂਬਰ ਦੀ ਕੇਅਰ ਕਰਾਉਣਾ ਚਾਹੁੰਦੇ ਜੀ। ਆ, ਇਹ ਸਕੀਮ ਉਹਨਾਂ ਸਾਰਿਆਂ ਲਈ ਹੈ। ਬਹੁਤ ਵਧੀਆ ਜੀ। ਬਹੁਤ ਸਾਰੇ ਮੈਂ ਜਿਸ ਤਰ੍ਹਾਂ ਗੱਲ ਕਰੇ, ਸਾਡੇ ਜਿਹੜੇ ਰਿਸ਼ਤੇਦਾਰ ਪਿੱਛੇ ਆ, ਉਹ ਨਹੀਂ ਇੱਥੇ ਆਉਣਾ ਚਾਹੁੰਦੇ, ਕਈਆਂ ਦੇ ਪੇਰੈਂਟਸ ਉੱਥੇ ਨੇ, ਉਹਨਾਂ ਨੂੰ ਉਹ ਇੱਥੇ ਜਾਂ ਤੁਸੀਂ ਕਹਿ ਲਓ ਵੈਦਰ ਕਰਕੇ ਜਾਂ ਉਹਨਾਂ ਨੂੰ ਉੱਥੇ ਚੰਗਾ ਲੱਗਦਾ, ਨਹੀਂ ਮੂਵ ਹੋਣਾ ਚਾਹੁੰਦੇ, ਉਹਨਾਂ ਵਾਸਤੇ ਬਹੁਤ ਵਧੀਆ ਪ੍ਰੋਗਰਾਮ ਹੈ। ਕਿਉਂਕਿ ਜਿਹੜੇ ਇੱਥੇ ਬੈਠੇ ਆ ਉਹਨਾਂ ਨੂੰ ਫਿਕਰ ਰਹਿੰਦਾ, ਸਾਡੇ ਜਿਹੜੇ ਪਿੱਛੇ ਆਪਦੇ ਜਿਹੜੇ ਅਜ਼ੀਜ਼ ਰਿਸ਼ਤੇਦਾਰ ਹੈਗੇ ਆ, ਮਾਂ ਪਿਓ ਹੈਗੇ ਆ ਜਾਂ ਭੈਣ ਭਾਈ ਹੈਗੇ ਆ, ਉਹਨਾਂ ਦੀ ਟੇਕ ਕੇਅਰ ਕਰਨ ਵਾਲਾ ਵੀ ਇੱਕ ਸੰਸਥਾ ਜਿਹੜੀ ਹੈਗੀ ਆ, ਉਹ ਤੁਸੀਂ ਇਹ ਜਿਹੜਾ ਪ੍ਰੋਗਰਾਮ ਚਲਾਇਆ ਹੈਗਾ, ਬਹੁਤ ਹੀ ਇਹਦੇ ਬਾਰੇ ਮੈਂ ਕਹੂੰਗਾ ਕਿ ਬਹੁਤ ਬਹੁਤ ਤੁਹਾਡਾ ਧੰਨਵਾਦੀ ਅਸੀਂ ਕਹਿ ਸਕਦੇ ਹਾਂ, ਥੈਂਕ ਯੂ ਕਰ ਸਕਦੇ ਹਾਂ, ਜਿਹੜੀਆਂ ਇਹ ਸਰਵਿਸਿਜ਼ ਤੁਸੀਂ ਪ੍ਰੋਵਾਈਡ ਕਰ ਰਹੇ ਹੋ। ਔਰ ਖਾਸ ਕਰਕੇ ਪੀਸ ਆਫ ਮਾਈਂਡ ਜਿਹੜੇ ਇੱਥੇ ਬੰਦੇ ਬੈਠੇ ਆ, ਉਹਨਾਂ ਲਈ ਇਹ ਬਹੁਤ ਵਧੀਆ ਇੱਕ ਉਪਰਾਲਾ ਹੈਗਾ। ਸੋ ਉਮੀਦ ਹੈ ਜਿਹੜਾ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆ ਰਿਹਾ ਹੋਵੇਗਾ। ਅਸੀਂ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਣੀ ਆ, ਕਮਰਸ਼ੀਅਲ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਵਾਪਸ ਗੱਲਬਾਤ ਕਰਦੇ ਹਾਂ। ਅਸੀਂ ਹੁਣੇ ਗਏ ਤੇ ਹੁਣੇ ਆਏ, ਪਲੀਜ਼ ਡੋਂਟ ਚੇਂਜ ਦ ਚੈਨਲ।